सत श्री अकाल। मैं परमजीत कौर सैनी ते रोजाना की तरह देश दुनिया ਦੀਆਂ ਤਾਜ਼ਾ ਤਰੀਨ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਤੁਹਾਡੇ ਰੂਬਰੂ ਹੋ ਚੁੱਕੇ ਹਾਂ ਪ੍ਰੋਗਰਾਮ ਖਬਰਾਂ ਦੇ ਆਰ-ਪਾਰ ਲੈ ਕੇ। ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਆਰ-ਪਾਰ ਦੀ ਚਰਚਾ ਦੇ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ। ਸਭ ਤੋਂ ਪਹਿਲਾਂ ਟੈਣਾ ਸਾਹਿਬ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ ਤੁਹਾਡੀ ਤੇ ਸਾਰੇ ਹੀ ਜਿਹੜੇ ਅਜੀਤ ਵੈਬ ਟੀਵੀ ਦੇਖਣ ਵਾਲੇ ਦਰਸ਼ਕ ਆ ਇਹਨਾਂ ਨੂੰ ਪਿਆਰ ਭਰੀ ਤਨਿੱਘੀ ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ, ਆਪਣੇ ਦਰਸ਼ਕਾਂ ਨੂੰ ਸੱਦਾ ਦੇ ਦਿੰਨੇ ਆ ਕਿ ਤੁਸੀਂ ਵੀ ਇਸ ਵਿਚਾਰ ਚਰਚਾ ਦਾ ਹਿੱਸਾ ਬਣ ਸਕਦੇ ਹੋ ਕਮੈਂਟ ਬਾਕਸ ਦੇ ਰਾਹੀਂ। ਕਮੈਂਟ ਬਾਕਸ ਦੇ ਵਿੱਚ ਖਬਰਾਂ ਦੇ ਬਾਬਤ ਆਪਣੇ ਵਿਚਾਰ ਰਾਏ ਟਿੱਪਣੀਆਂ ਦਿੰਦੇ ਰਹੋ ਤਾਂ ਜੋ ਅਗਲੀ ਕੜੀ ਦੇ ਵਿੱਚ ਅਸੀਂ ਕੁਝ ਚੁਣਿੰਦਾ ਕਮੈਂਟਸ ਨੂੰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾ ਕੇ ਉਸ ਤੇ ਵਿਚਾਰ ਚਰਚਾ ਕਰ ਸਕੀਏ। ਸ਼ੁਰੂਆਤ ਕਰ ਲੈਂਦੇ ਆ ਪ੍ਰੋਗਰਾਮ ਦੀ। ਤਾਂ ਟੈਣਾ ਸਾਹਿਬ, ਅੱਜ ਕਿਸਾਨੀ ਸੰਘਰਸ਼ ਜੋ ਖੇਤੀ ਕਾਨੂੰਨਾਂ ਦੇ ਵਿਰੁੱਧ ਵਿੱਢਿਆ ਗਿਆ ਕਿਸਾਨਾਂ ਦੇ ਵੱਲੋਂ ਜਿਸ ਮੋੜ ਦੇ ਉੱਪਰ ਖੜਾ ਹੈ, ਜੇਕਰ ਅੱਜ ਦੀ ਗੱਲ ਕਰਾਂ ਤੇ ਕੜਾਕੇ ਦੀ ਠੰਡ ਹੈ ਪਰ ਜੋ ਸੰਘਰਸ਼ ਦਾ ਪਾਰਾ ਹੈ ਉਹ ਸਿਖਰ ਦੇ ਉੱਪਰ ਹੈ। ਕਿੰਜ ਵੇਖਦੇ ਹੋ ਕਿ ਇੰਨੀ ਠੰਡ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਲਗਾਤਾਰ ਚੱਲ ਰਿਹਾ ਹੈ? ਜ਼ਮੀਨੀ ਹਕੀਕਤ ਬਾਰਡਰਾਂ ਤੇ ਕੀ ਹੈ ਪਰ ਦੂਸਰੇ ਪਾਸੇ ਕੇਂਦਰ ਸਰਕਾਰ ਕੀ ਸੋਚ ਰਹੀ ਹੈ? ਦੇਖੋ ਪਰਮ ਜੀ, ਗੱਲ ਇਹ ਹੈ ਕਿ 2 ਵਾਰ ਮੈਂ ਇਸ ਤੋਂ ਪਹਿਲਾਂ 2 ਦਿਨ ਲਾ ਕੇ ਆਇਆ, ਇੱਕ ਵਾਰੀ ਹੁਣ ਫੇਰ ਕੱਲ ਨੂੰ ਜਾਣਾ। ਮੈਂ ਇਹ ਪਹਿਲੇ ਦਿਨ ਤੋਂ ਲੈ ਕੇ ਤੇ ਹੁਣ ਤੱਕ ਜੋ ਦੇਖਿਆ, ਲਗਾਤਾਰ ਜਜ਼ਬਾ ਜਿਹੜਾ ਉਹ ਅੱਗੇ ਤੋਂ ਅੱਗੇ ਵੱਧ ਰਿਹਾ, ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਖੜੋਤ ਨਹੀਂ ਆ ਰਹੀ। ਜਦੋਂ ਪਹਿਲੇ ਦਿਨ ਵੇਖਿਆ ਸੀਗਾ ਉੱਥੇ ਵੀ ਬਹੁਤ ਵੱਡਾ ਇਕੱਠ ਸੀ, ਪਰ ਜਿਵੇਂ ਜਿਵੇਂ ਠੰਡ ਵਧੀ ਜਾਂਦੀ ਆ ਉੱਥੇ ਜਜ਼ਬੇ ਦੇ ਨਾਲ ਕਿਸਾਨ ਹੋਰ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਜਾਂਦੇ ਆ। ਮੈਂ ਇਹ ਨਹੀਂ ਆਪਾਂ ਗੱਲ ਕਹਿ ਸਕਦੇ ਜੀ ਕਿ ਠੰਡ ਦੇ ਕਰਕੇ ਵਿਘਨ ਪੈ ਗਿਆ, ਕਿਸਾਨ ਘਟ ਗਏ ਆ। ਸਗੋਂ ਕਿਸਾਨ ਤਾਂ ਉੱਥੇ ਇੰਨੇ ਹੋ ਗਏ, ਸਿੰਘੂ ਤੇ ਟਿਕਰੀ ਬਾਰਡਰ ਦੇ ਉੱਤੇ ਵੀ ਤਿਲ ਸੁੱਟਣ ਜੋਗੀ ਥਾਂ ਨਹੀਂ ਬਾਕੀ ਬਚਦੀ। ਧੰਨ ਉਹ ਸਲਾਮ ਉਹਨਾਂ ਲੋਕਾਂ ਨੂੰ ਜਿਹੜੇ ਕਿ ਬੱਚਿਆਂ ਸਮੇਤ ਆਪਦੇ ਉੱਥੇ ਬੈਠੇ ਆ, ਜਿਹੜੇ ਬਜ਼ੁਰਗ ਬੈਠੇ ਆ, ਜਿਹੜੀਆਂ ਮਾਤਾਵਾਂ ਉੱਥੇ ਬੈਠੀਆਂ, ਭੈਣਾਂ ਉੱਥੇ ਬੈਠੀਆਂ। ਬਹੁਤ ਸਾਰੇ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਉਦੋਂ। ਉਹ ਕਹਿੰਦੇ ਜੀ ਫੇਰ ਕੀ ਹੋ ਗਿਆ, ਅਸੀਂ ਤਾਂ ਪੋਹ ਮਾਘ ਦੀ ਠੰਡ ਦੇ ਵਿੱਚ ਅੱਧੀ ਰਾਤ ਨੂੰ ਪਾਣੀ ਵੀ ਤਾਂ ਲਾਉਣਾ ਹੀ ਆ, ਇੱਥੇ ਤਾਂ ਫੇਰ ਵੀ ਅਸੀਂ ਆਪਣੇ ਖੇਤ ਬਚਾਉਣ ਆਏ ਆ, ਉਦੋਂ ਤਾਂ ਅਸੀਂ ਇੱਕ ਫਸਲ ਨੂੰ ਬਚਾਉਣ ਦੇ ਲਈ ਪਾਣੀ ਲਾ ਰਹੇ ਹੁੰਦੇ ਆ। ਸੋ ਇੰਨੀ ਠੰਡ ਦੇ ਵਿੱਚ ਜਦੋਂ ਰਾਤ ਦੇ ਵੇਲੇ 2 ਡਿਗਰੀ ਤੱਕ ਪਾਰਾ ਪਹੁੰਚ ਜਾਂਦਾ, ਦਿਨ ਦੇ ਵੇਲੇ ਵੱਧ ਤੋਂ ਵੱਧ 8-10 ਡਿਗਰੀ ਤੱਕ ਹੁੰਦਾ। ਜਦੋਂ ਇਸ ਵਕਤ ਰਾਜਸਥਾਨ ਦੇ ਵਿੱਚ, ਹਰਿਆਣੇ, ਦਿੱਲੀ ਤੇ ਪੰਜਾਬ ਦੇ ਵਿੱਚ ਲੋਹੜਿਆਂ ਦੀ ਠੰਡ ਪੈ ਰਹੀ ਆ, ਤੇ ਉਸ ਵਕਤ ਇੰਨਾ ਵੱਡਾ ਜਜ਼ਬਾ ਹੋਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਆ। ਜਿਹੜੇ ਹੀਟਰਾਂ ਵਾਲੇ ਕਮਰਿਆਂ ਦੇ ਵਿੱਚ ਬੈਠੇ ਆ ਉਹ ਤਾਂ ਇਹ ਗੱਲ ਕਹਿੰਦੇ ਜੀ ਕਿ ਹਾਲੇ ਵੀ ਇਹ ਗੁੰਮਰਾਹ ਹੋ ਗਏ ਹਨ। ਮੈਂ ਇਹ ਸੋਚਦਾ ਵੀ ਚਲੋ ਗੁੰਮਰਾਹ ਬੰਦਾ ਇੱਕ ਹੋ ਜੂ, ਗੁੰਮਰਾਹ ਬੰਦਾ 2 ਦਿਨ ਹੋ ਜੂ, ਗੁੰਮਰਾਹ 23 ਦਿਨ ਹੁੰਦਾ, ਕੋਈ ਗੁੰਮਰਾਹ ਕੋਈ ਮਹੀਨਾ ਹੁੰਦਾ, ਗੁੰਮਰਾਹ ਲੱਖਾਂ ਦੀ ਗਿਣਤੀ 'ਚ ਲੋਕ ਹੁੰਦੇ ਆ। ਸੋ ਇਹਨਾਂ ਲੋਕਾਂ ਨੂੰ ਇਸ ਗੱਲ ਦੀ ਅਕਲ ਹੀ ਹੈ ਨਹੀਂ ਗੀ ਵੀ ਅਸੀਂ ਕਿਹੜੀ ਗੱਲ ਦੇ ਉੱਤੇ ਗੌਰ ਕਿਹੜੇ ਵੇਲੇ ਕਰਨੀ ਤੇ ਕਿਹੜੇ ਵੇਲੇ ਨਹੀਂ। ਇੱਕ ਤੁਹਾਨੂੰ ਹੋਰ ਗੱਲ ਦੱਸਦਾ, ਇਹਨਾਂ ਨੇ ਬੇਸ਼ਰਮੀ ਦੀ ਹੱਦ ਕਿਹੋ ਜਿਹੀ ਆ। ਇੱਕ ਨਾ ਹੈਗੇ ਨੇ ਰਵੀ ਕਿਸ਼ਨ, ਜਿਹੜੇ ਕਿ ਗੋਰਖਪੁਰ ਤੋਂ ਹੈਗੇ, ਬੀਜੇਪੀ ਦੇ ਸੰਸਦ ਮੈਂਬਰ। ਉਹ ਕਹਿੰਦਾ ਜੀ ਕਿ ਇਹ ਜਿਹੜੇ ਕਿਸਾਨ ਬੈਠੇ ਆ ਇਹਨਾਂ ਨੂੰ ਤਾਂ ਚੀਨ ਦੇ ਵੱਲੋਂ, ਪਾਕਿਸਤਾਨ ਦੇ ਵੱਲੋਂ ਤੇ ਕੈਨੇਡਾ ਦੇ ਵੱਲੋਂ ਫੰਡਿੰਗ ਕੀਤੀ ਜਾ ਰਹੀ ਆ। ਤੇ ਮੈਂ ਇਹ ਸੋਚਦਾ ਵੀ ਭਾਈ ਜੇ ਫੰਡਿੰਗ ਕੀਤੀ ਜਾ ਰਹੀ ਹੈ, ਤੁਹਾਨੂੰ ਇਹ ਵੀ ਪਤਾ ਹੋਣਾ ਵੀ ਕੌਣ ਕਰ ਰਿਹਾ, ਕਿਹੜੀ ਏਜੰਸੀ ਦੇ ਰਾਹੀਂ ਹੋ ਰਹੀ ਹੈ। ਤੁਸੀਂ ਕਾਰਵਾਈ ਕਿਹੜੀ ਗੱਲੋਂ ਨਹੀਂ ਕਰਦੇ? ਤੁਹਾਨੂੰ ਇਹ ਪਤਾ ਵੀ ਚੀਨ ਤੇ ਪਾਕਿਸਤਾਨ ਫੰਡਿੰਗ ਕਰਦੇ ਆ, ਜਾਓ ਜਾ ਕੇ ਸਰਜੀਕਲ ਸਟ੍ਰਾਈਕ ਫਿਰ ਕਰ ਦਿਓ ਇੱਕ ਵਾਰੀ। ਇੱਕ ਹੋਰ ਬੀਜੇਪੀ ਦਾ ਨੇਤਾ ਉਹ ਕਹਿੰਦਾ ਜੀ ਕਿ ਇਹ ਤਾਂ ਨਾ ਹਿੰਦੂ ਤੇ ਮੋਦੀ ਵਿਰੋਧੀ ਆ। ਅਸਲ ਦੇ ਵਿੱਚ ਹਿੰਦੂ ਸਿੱਖ ਦਾ ਮਸਲਾ ਫਿਰ ਖੜਾ ਕਰਨਾ ਚਾਹੁੰਦੇ ਆ, ਪਰ ਕਿਸਾਨ ਬੜੇ ਚੁਕੰਨੇ ਆ, ਕਿਸਾਨ ਬੜੇ ਸੁਜੱਗ ਹੈਗੇ ਆ। ਕਿਸਾਨਾਂ ਨੂੰ ਪਤਾ ਵੀ ਇਹਨਾਂ ਨੇ ਸਾਡੇ ਅੰਦੋਲਨ ਦੇ ਵਿੱਚ ਫੁੱਟ ਪਾਉਣ ਦੀਆਂ ਬਹੁਤ ਸਾਰੀਆਂ ਸਾਜ਼ਿਸ਼ਾਂ ਰਚੀਆਂ, ਪਰ ਅਸੀਂ ਕਾਮਯਾਬ ਨਹੀਂ ਹੋਣ ਦੇਣੀਆਂ। ਠੰਡ ਦੇ ਨਾਲ ਵੀ ਮੁਕਾਬਲਾ ਕਰ ਰਹੇ ਆ ਤੇ ਇਹੋ ਜਿਹੀਆਂ ਮਾੜੀਆਂ ਸੋਚਾਂ ਵਾਲੇ ਲੋਕਾਂ ਦੇ ਨਾਲ ਵੀ। ਬਿਲਕੁਲ ਟੈਣਾ ਜੀ, ਸੋ ਜਿਵੇਂ ਤੁਸੀਂ ਦੱਸਿਆ ਕਿ ਕੁਝੀਆਂ ਚਾਲਾਂ ਹਜੇ ਵੀ ਕੇਂਦਰ ਸਰਕਾਰ ਚੱਲਦੀ ਹੋਈ ਨਜ਼ਰ ਆ ਰਹੀ ਹੈ ਅਜਿਹੇ ਦੇ ਵਿੱਚ, ਕਿਉਂਕਿ ਕਿਸਾਨਾਂ ਨੂੰ ਹੁਣ ਦਿੱਲੀ ਦੀ ਸਰਹੱਦਾਂ ਤੇ ਬੈਠੇ 23 ਦਿਨ ਹੋ ਚੱਲੇ ਨੇ ਤੇ ਹਜੇ ਵੀ ਸੁਣਵਾਈ ਹੁੰਦੀ ਹੋਈ ਜਾਂ ਕੇਂਦਰ ਸਰਕਾਰ ਟਸ ਤੋਂ ਮਸ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ। ਉੱਥੇ ਹੀ ਇਸ ਅੰਦੋਲਨ ਨੂੰ ਢਾਲ ਲਗਾਉਣ ਲਈ ਤਾਰ ਪੀੜੋ ਕਰਨ ਦੀਆਂ ਉਹਨਾਂ ਦੀਆਂ ਨਾਪਾਕ ਕੋਸ਼ਿਸ਼ਾਂ ਹਜੇ ਵੀ ਜਾਰੀ ਨੇ। ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਪਹੁੰਚਿਆ। ਇੱਕ ਵਿਦਿਆਰਥੀ ਦੇ ਵੱਲੋਂ ਦਿੱਲੀ ਦੀਆਂ ਸਰਹੱਦਾਂ ਤੇ ਰਾਸਤੇ ਖਾਲੀ ਕਰਵਾਉਣ ਦੇ ਲਈ ਜੋ ਰਿਟ ਪਾਈ ਗਈ ਸੀ ਉਸ ਤੇ ਸੁਣਵਾਈ ਹੋਈ ਹੈ। ਸੋ ਲਗਾਤਾਰ, ਕਿਉਂਕਿ ਸੁਪਰੀਮ ਕੋਰਟ ਦਾ ਵੀ ਇਸ ਮਾਮਲੇ ਵਿੱਚ ਦਖਲ ਹੋਇਆ, ਉਹਨਾਂ ਦਾ ਕਹਿਣਾ ਕਿ ਕਿਸਾਨਾਂ ਨੂੰ ਅਧਿਕਾਰ ਹੈ, ਉਹ ਉਹਨਾਂ ਨੂੰ ਹਟਾ ਨਹੀਂ ਸਕਦੇ। ਸੋ ਲਗਾਤਾਰ ਅਜਿਹੀਆਂ ਕੋਝੀਆਂ ਚਾਲਾਂ ਚੱਲ ਕੇ ਇੱਕ ਪਾਸੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ ਸੋਧਾਂ ਕਰਨ ਨੂੰ ਤਿਆਰ ਹਾਂ, ਦੂਜੇ ਪਾਸੇ ਕੇਂਦਰ ਸਰਕਾਰ ਇਹਨਾਂ ਬਿੱਲਾਂ ਦਾ, ਇਹਨਾਂ ਕਾਨੂੰਨਾਂ ਦਾ ਉਸੇ ਤਰ੍ਹਾਂ ਪ੍ਰਚਾਰ ਕਰ ਰਹੀ ਹੈ ਕਿ ਇਹ ਤਾਂ ਕਿਸਾਨ ਹਿਤੈਸ਼ੀ ਨੇ, ਤਾਂ ਕਿਸਾਨਾਂ ਦੀ ਜ਼ਿੰਦਗੀ ਬਦਲ ਦੇਣਗੇ। ਇਹ ਦੋਗਲੀ ਨੀਤੀ ਜਾਂ ਦੋਗਲੇ ਚਿਹਰੇ ਬੇਨਕਾਬ ਹੋ ਰਹੇ ਨੇ। ਕਿੰਜ ਵੇਖਦੇ ਹੋ? ਦੇਖੋ, ਮੈਂ ਨਾ ਇੱਕ ਬੀਜੇਪੀ ਦੇ ਨੇਤਾ ਦੇ ਨਾਲ ਗੱਲ ਹੋਈ, ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿਹੜੇ ਕਾਰਨ ਆ ਜਿਹਦੇ ਕਰਕੇ ਯਾਰ ਵੀ ਇੰਨੇ ਵੱਡੇ ਪੱਧਰ ਦੇ ਉੱਤੇ ਵਿਰੋਧ ਆ। ਖੇਤੀ ਪ੍ਰਧਾਨ ਸਾਰਾ ਸੂਬਾ ਪੰਜਾਬ, ਇਹਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਜੀ ਕਿ ਹੁਣ ਬਸ ਕਰੋ, ਹੁਣ ਇਹ ਖੇਤੀ ਕਾਨੂੰਨ ਰੱਦ ਕਰ ਦਿਓ, ਸਾਨੂੰ ਤੁਹਾਡੇ ਵੱਲੋਂ ਦਿੱਤਾ ਜਾ ਰਿਹਾ ਫਾਇਦਾ ਮਨਜ਼ੂਰ ਨਹੀਂ। ਮੋਦੀ ਹੋਰੀ ਮੰਨਦੇ ਕਿਹੜੀ ਗੱਲੋਂ ਨਹੀਂ? ਉਹਨੇ ਇੱਕ ਬੜੀ ਮਹੱਤਵਪੂਰਨ ਗੱਲ ਕਹੀ, ਕਹਿੰਦਾ ਮੋਦੀ ਨੂੰ 56 ਇੰਚ ਦੀ ਛਾਤੀ ਵਾਲਾ ਬ੍ਰਾਂਡ ਬਣਾਉਣ ਦੇ ਲਈ ਅਰਬਾਂ ਡਾਲਰ ਖਰਚ ਹੋਏ ਆ। ਇਹ ਪ੍ਰਚਾਰ ਕਰਨ ਦੇ ਲਈ ਕਿ ਮੋਦੀ ਜਿਹੜਾ ਕਦਮ ਪੱਟ ਲੈਂਦੇ ਆ ਪਿਛਾਂ ਨੂੰ ਨਹੀਂ ਖਿੱਚਦੇ। ਮੋਦੀ ਇੱਕ ਧੱਕੜ ਪ੍ਰਧਾਨ ਮੰਤਰੀ ਹੈ, ऐसा प्रधानमंत्री कभी हुआ नहीं है, मोदी है तो मुमकिन है,
ਮੋਦੀ ਘਰ ਘਰ ਮੋਦੀ ਹਰ ਘਰ ਮੋਦੀ ਹੈ, ਆਹ ਗੱਲਾਂ ਕਰਨ ਦੇ ਉੱਤੇ ਸਾਡਾ ਬਹੁਤ ਪੈਸਾ ਨਿਵੇਸ਼ ਹੋਇਆ। ਤੇ ਉਹ ਕਹਿੰਦਾ ਜੀ ਜੇਕਰ ਹੁਣ ਅਸੀਂ ਕਿਸਾਨਾਂ ਦੇ ਇਕੱਠ ਦੇ ਮੂਹਰੇ ਝੁਕ ਗਏ ਤਾਂ ਜ਼ੀਰੋ ਹੋ ਜਾਣਾ। ਤੇ ਮੈਂ ਕਿਹਾ ਤੁਹਾਨੂੰ ਭੁਲੇਖਾ ਹੀ ਹੈ, ਜ਼ੀਰੋ ਤੁਸੀਂ ਹੁਣ ਵੀ ਹੈਗੇ ਆ। ਤੁਸੀਂ ਕਹਿੰਦੇ ਆ ਵੀ ਅਸੀਂ 117 ਦੀਆਂ 117 ਸੀਟਾਂ ਪੰਜਾਬ 'ਚ ਜਿੱਤਣੀਆਂ, ਜਿਹੜੇ ਲੱਛਣ ਚੱਲਦੇ ਤੁਹਾਡੇ 117 ਬੰਦੇ ਲੱਭਣਗੇ ਕਿਵੇਂ ਵੋਟਾਂ 'ਚ ਖੜਨ ਦੇ ਲਈ, ਪਹਿਲਾਂ ਇਹ ਦੱਸੋ। ਸੋ ਕਹਿਣ ਦਾ ਭਾਵ ਇਹ ਹੈ ਕਿ ਆਉਂਦੇ ਸਮੇਂ ਦੇ ਵਿੱਚ ਬੀਜੇਪੀ ਦੀਆਂ ਚੜੌਤੀਆਂ 'ਚ ਵਾਧਾ ਹੋਊਗਾ। ਇੱਕ ਹੋਰ ਗੱਲ ਦੱਸਦਾ, ਗੋਂਗਲੂਆਂ ਤੋਂ ਮਿੱਟੀ ਜੀ ਝਾੜਨ ਦੇ ਲਈ ਇਹ ਕਰਦੇ ਕੀ ਆ। ਨਰਿੰਦਰ ਸਿੰਘ ਤੋਮਰ ਨੇ ਕੱਲ 8 ਸਫ਼ਿਆਂ ਦੀ ਕਿਸਾਨਾਂ ਦੇ ਨਾਂ ਦੇ ਉੱਤੇ ਇੱਕ ਚਿੱਠੀ ਲਿਖੀ ਆ। ਕਹਿੰਦੇ ਦੇਖੋ ਜੀ ਅਸੀਂ ਤਾਂ ਬਹੁਤ ਫਾਇਦੇਮੰਦ ਗੱਲਾਂ ਕੀਤੀਆਂ ਹਨ, ਉਹੀ ਘਸਗਾ ਪਿਟੀਆਂ ਗੱਲਾਂ ਪੁਰਾਣੀ ਰੀਲ ਪਾ ਕੇ ਬਹਿ ਜਾਂਦੇ ਆ। ਇਹ ਜੀ ਕਿਸਾਨ ਕਾਨੂੰਨ ਤਾਂ ਬੜੇ ਫਾਇਦੇਮੰਦ ਹਨ, ਖੇਤੀ ਕਾਨੂੰਨ ਅਸੀਂ MSP ਜਾਰੀ ਰੱਖਾਂਗੇ, ਇਹਦੇ ਵਿੱਚ ਕੋਈ ਬਦਲ ਨਹੀਂ ਕਰਾਂਗੇ, ਕਿਸਾਨ ਆਪਣੀ ਮਰਜ਼ੀ ਦੇ ਮੁਤਾਬਕ ਕਿਤੇ ਵੀ ਮੰਡੀ ਦੇ ਵਿੱਚ ਲਿਜਾ ਕੇ ਫਸਲ ਵੇਚ ਸਕਦੇ ਹਨ, ਕੋਈ ਕਾਰਪੋਰੇਟ ਘਰਾਣਾ ਕਬਜ਼ਾ ਨਹੀਂ ਕਰੂਗਾ। 5 ਮੀਟਿੰਗਾਂ ਕੀਤੀਆਂ ਹੁਣ ਤੱਕ ਇਹਨਾਂ ਨੇ ਕਿਸਾਨਾਂ ਦੇ ਨਾਲ। ਇਹਨਾਂ 5 ਮੀਟਿੰਗਾਂ ਦੇ ਵਿੱਚ ਵੀ ਇਹੀ ਗੱਲਾਂ ਕੀਤੀਆਂ ਜਿਹੜੀਆਂ 8 ਸਫ਼ਿਆਂ ਦੀ ਚਿੱਠੀ ਦੇ ਵਿੱਚ ਆ। ਹੁਣ ਕਿਸਾਨਾਂ ਨੇ ਇਹ ਗੱਲ ਕਹਿਤੀ ਵੀ ਅਸੀਂ ਮੀਟਿੰਗ ਕਰਨੀ ਹੀ ਨਹੀਂ, ਤੁਸੀਂ ਆਪ ਦਾ ਵੀ ਟਾਈਮ ਬਰਬਾਦ ਕਰਦੇ, ਸਾਡਾ ਵੀ ਕਰਦੇ, ਸਿੱਟਾ ਕੀ ਨਿਕਲਦਾ। ਹੁਣ ਚਿੱਠੀਆਂ ਪਾਉਣ ਲੱਗ ਪਏ ਆ। ਅਸਲ ਦੇ ਵਿੱਚ ਇਹ ਦਿਖਾਉਣਾ ਚਾਹੁੰਦੇ ਆ ਦੇਸ਼ ਦੁਨੀਆ ਨੂੰ ਕਿ ਦੇਖੋ ਅਸੀਂ ਤਾਂ ਇੰਨੇ ਹਮਲੇ ਮਾਰ ਰਹੇ ਆ, ਪਰ ਇਹਨਾਂ ਹਮਲਿਆਂ ਨੂੰ ਕਿ ਚੁੱਲ੍ਹੇ ਦੇ ਵਿੱਚ ਪਾਉਣਾ ਜੇਕਰ ਤੁਸੀਂ ਗੱਲ ਹੀ ਨਹੀਂ ਮੰਨਦੇ। ਤੁਸੀਂ ਇੱਕੋ ਗੱਲ ਮੰਨੋ ਵੀ ਭਾਈ ਖੇਤੀ ਕਾਨੂੰਨ ਰੱਦ, ਤੇ ਕਿਸਾਨ ਘੰਟੇ ਬਾਅਦ ਆਪਣੀਆਂ ਟਰਾਲੀਆਂ ਮੋੜ ਲੈਣਗੇ। ਸੋ ਕਦੇ ਤੁਹਾਨੂੰ ਇਹ ਟਰਾਲੀਆਂ ਟੈਂਕਾਂ ਵਰਗੀਆਂ ਲੱਗਦੀਆਂ, ਕਦੇ ਤੁਹਾਨੂੰ ਇਹ ਟਰਾਲੀਆਂ ਲੱਗਦੀਆਂ ਵੀ ਇਹਦੇ ਵਿੱਚ ਗਲਤ ਅਨਸਰ ਬੈਠੇ ਹਨ, ਕਦੇ ਤੁਹਾਨੂੰ ਲੱਗਦਾ ਬਾਹਰੋਂ ਪੈਸਾ ਆ ਜਾਂਦਾ। ਪਤੇ ਦੀ ਗੱਲ ਦੇ ਉੱਤੇ ਨਹੀਂ ਆਉਣਾ, ਹੋਰ 36 ਗੱਲਾਂ ਕਰ ਲੈਣੀਆਂ। ਬਿਲਕੁਲ ਟਾਣਾ ਸਾਹਿਬ, ਜਦੋਂ ਸੁਪਰੀਮ ਕੋਰਟ ਦੀ ਗੱਲ ਚੱਲੀ ਹੈ, ਕਿਉਂਕਿ ਕੱਲ ਸੁਪਰੀਮ ਕੋਰਟ ਦੇ ਵਿੱਚ ਜੋ ਚੀਫ ਜਸਟਿਸ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ, ਕਿਉਂਕਿ ਜੋ ਲੱਖਾਂ ਦੀ ਤਾਦਾਦ ਦੇ ਵਿੱਚ ਹੁਣ ਕਿਸਾਨ ਹੈ ਉਹ ਦਿੱਲੀ ਨੂੰ ਘੇਰਾ ਪਾਈ ਬੈਠੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮੋਦੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਅਮਲ ਦੇ ਵਿੱਚ ਨਾ ਲਿਆਵੇ ਕੁਝ ਸਮੇਂ ਲਈ, ਕਿਉਂਕਿ ਕੁਝ ਸਮੇਂ ਬਾਅਦ ਜਦੋਂ ਤੱਕ ਉਹਨਾਂ ਦੀ ਆਪਸੀ ਸਹਿਮਤੀ ਨਹੀਂ ਹੁੰਦੀ ਉਦੋਂ ਤੱਕ ਇਹਨਾਂ ਨੂੰ ਅਮਲ ਵਿੱਚ ਨਾ ਲਿਆਂਦਾ ਜਾਵੇ, ਤੇ ਜੋ ਵੀ ਇਸ ਤੇ ਸਹਿਮਤੀ ਹੋਏਗੀ ਉਹ ਫਿਰ ਫੈਸਲਾ ਜੋ ਲਾਗੂ ਕਰ ਦਿੱਤਾ ਜਾਏਗਾ। ਕੀ ਕੇਂਦਰ ਸਰਕਾਰ ਇਸ ਦੇ ਲਈ ਤਿਆਰ ਹੈ? ਉਹਨਾਂ ਦਾ, ਕਿਉਂਕਿ ਲੋਕਾਂ ਦਾ ਵੀ ਕਿਤੇ ਨਾ ਕਿਤੇ ਕਹਿਣਾ ਹੈ ਕਿ ਜੇਕਰ ਗੱਲਬਾਤ ਚੱਲਦੀ ਰਹੀ ਤਾਂ ਮਸਲੇ ਦਾ ਹੱਲ ਹੋ ਸਕਦਾ ਹੈ, ਪਰ ਇਹ ਗੱਲਬਾਤ ਹੋ ਸਕਦਾ ਸਾਲ 2 ਸਾਲ ਜਾਂ 3 ਸਾਲ ਲੰਬੀ ਵੀ ਹੋ ਸਕਦੀ ਹੈ, ਤੇ ਇੰਨਾ ਸਮਾਂ ਜੋ ਕਿਸਾਨ ਹੈ ਦਿੱਲੀ ਨੂੰ ਘੇਰਾ ਪਾਈ ਬੈਠੇ ਰਹਿਣਗੇ। ਇਸ ਦੇ ਬਾਵਜੂਦ ਜੋ ਅਦਾਲਤ ਨੇ ਇੱਕ ਹੱਲ ਲੱਭਿਆ ਹੈ ਕਿ ਇਹਨਾਂ ਨੂੰ ਉਨਾ ਸਮਾਂ ਅਮਲ ਦੇ ਵਿੱਚ ਨਾ ਲਿਆਓ ਜਿੰਨਾ ਸਮਾਂ ਇਹਨਾਂ ਦੇ ਉੱਪਰ ਸਹਿਮਤੀ ਸਭ ਦੀ ਨਹੀਂ ਬਣਦੀ। ਸੋ ਸੁਪਰੀਮ ਕੋਰਟ ਦਾ ਵੀ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਦਖਲ ਕਿਸੇ ਸਹੀ ਪਾਸੇ ਵੱਲ, ਸੁਚੱਜੇ ਢੰਗ ਵੱਲ, ਸੁਚੱਜੇ ਹੱਲ ਵੱਲ ਨੂੰ ਇਸ਼ਾਰਾ ਕਰ ਰਿਹਾ। ਤੁਸੀਂ ਕਿੰਜ ਵੇਖਦੇ ਹੋ ਕਿ ਮੰਨਣਾ ਚਾਹੀਦਾ? ਇਹ ਗੱਲ ਬਿਲਕੁਲ ਸਹੀ ਹੈ ਵੀ ਜਿੰਨੀ ਦੇਰ ਤੱਕ ਇਸ ਮਾਮਲੇ ਦੇ ਉੱਤੇ ਤੁਸੀਂ ਵਿਚਾਰਾਂ ਕਰਨੀਆਂ, ਪਹਿਲੀ ਗੱਲ ਤਾਂ ਇਹ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਵਿਚਾਰਾਂ ਹੋਣੀਆਂ ਚਾਹੀਦੀਆਂ। ਬਿਲਕੁਲ। ਤੇ ਆਪਾਂ ਵਿਚਾਰ ਕਾਨੂੰਨ ਬਣਾ ਕੇ ਵੀ ਨਹੀਂ ਕਰ ਰਹੇ। ਬਿਲਕੁਲ। ਮਸਲਾ ਇਹ ਅਸਲ ਦੇ ਵਿੱਚ ਮਸਲਾ ਇਹ ਨਹੀਂ ਵੀ ਪੈਸਾ ਕਿੱਥੋਂ ਆ ਰਿਹਾ, ਇਹ ਕਿਹਨੇ ਬਿਠਾ ਦਿੱਤੇ ਹਨ, ਇਹ ਤਾਂ ਡਰਾਮੇ ਆ। ਪਰ ਗੱਲ ਇਹ ਆ ਵੀ ਜਿਹੜੀ ਸੋਚਣੀ ਵਿਚਾਰਨੀ ਬਣਦੀ ਆ, ਕੋਈ ਵੀ ਕੰਮ ਅਸੀਂ ਕਰਦੇ ਆ ਉਹਦੇ ਲਈ ਪਹਿਲਾਂ ਲੋਕਾਂ ਦੀ ਸਹਿਮਤੀ ਲੈਂਦੇ ਆ, ਪਹਿਲਾਂ ਲੋਕਾਂ ਦੇ ਵਿਚਾਰ ਲੈਂਦੇ ਆ। ਇਹਨਾਂ ਨੇ ਤਾਂ ਕਦੇ ਲੋਕਾਂ ਦੀ ਮੰਨੀ ਨਹੀਂ। ਤੁਸੀਂ ਧਾਰਾ 370 ਦੀ ਗੱਲ ਕਰ ਲਓ, सेकंडा जी दस दे भाई और बहनों आज से ये हो गया, नोटबंदी भाई और बहनों आज के बाद 8 बजे के बाद नोट बंद हो गए। इन्हां ने हमेशा आ गल कीती है, पर इन्हां नूं ये नहीं सी पता भी इस मोड़ दे उत्ते आके किसान सानू इस कदर घेरा पा लैणगे भी दुनिया भर दे विच मिट्टी पट्टी जानी है। सो जिहड़ी सुप्रीम कोर्ट ने गल कही वो बिल्कुल दुरुस्त है। सुप्रीम कोर्ट दे विच ना सोलिसिटर जनरल जिहड़े भारत सरकार दे वल्लों उन्हां ने एक नवां शगुफा छड्डिया। ਕਹਿੰਦੇ ਜੀ ਅਸਲ ਦੇ ਵਿੱਚ ਕਿਸਾਨ ਬਹੁਤ ਵੱਡੀ ਗਿਣਤੀ 'ਚ ਬੈਠੇ ਆ, ਇਹ ਤਾਂ ਜੀ ਸੜਕਾਂ ਜਾਮ ਹੋ ਗਈਆਂ, ਆਵਾਜਾਈ ਬੜੀ ਪ੍ਰਭਾਵਿਤ ਹੋ ਗਈ ਆ, ਕਰੋਨਾ ਬੜਾ ਫੈਲ ਸਕਦਾ। ਪਰ ਜਿਹੜੇ ਦੂਜੇ ਪੱਖ ਦੇ ਵਕੀਲ ਸੀ ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਕਿਸਾਨਾਂ ਨੇ ਕਦੋਂ ਸੜਕਾਂ ਜਾਮ ਕੀਤੀਆਂ ਤਾਂ ਪੁਲਿਸ ਨੇ ਕੀਤੀਆਂ, ਕਿਸਾਨ ਤਾਂ ਅੱਗੇ ਜਾ ਰਹੇ ਸੀ ਤੇ ਪੁਲਿਸ ਨੇ ਮੂਹਰੇ ਬੈਰੀਕੇਡ ਲਾਤੇ। ਜੇ ਤਾਂ ਕਿਸਾਨ ਬੈਰੀਕੇਡ ਪਾਰ ਕਰਕੇ ਪਰਲੇ ਪਾਸੇ ਬਹਿਣ ਫਿਰ ਤਾਂ ਕਿਸਾਨ ਕਸੂਰਵਾਰ ਆ, ਤੇ ਜਾਂ ਤੁਸੀਂ ਬੈਰੀਕੇਡ ਪਰੇ ਕਰ ਦਿਓ ਕਿਸਾਨ ਗਾਂਹੋਂ ਨਿਕਲ ਜਾਣ ਫਿਰ ਚੁੱਪ ਕਰ ਗਏ। ਮਤਲਬ ਕਹਿਣ ਦਾ ਇਹ ਆ ਕਿ ਉਹਨਾਂ ਦੇ ਵੱਲੋਂ ਹਾਲੇ ਵੀ ਛੁਰਲੀ ਛੱਡੀ ਜਾ ਰਹੀ ਆ। ਸੋ ਚਾਹੀਦਾ ਇਹ ਆ ਵੀ ਖੇਤੀ ਕਾਨੂੰਨ ਰੱਦ ਕੀਤੇ ਜਾਣ, ਜੇ ਨਹੀਂ ਤਾਂ ਫਿਰ ਜਿਹੜੀ ਕਮੇਟੀ ਬਣਾਉਣੀ ਆ ਉਹ ਕਮੇਟੀ ਵਿਚਾਰਾਂ ਕਰੀ ਜਾਵੇ, ਭਾਵੇਂ 5 ਸਾਲ ਵਿਚਾਰਾਂ ਹੋ ਜਾਣ। ਜਿੰਨੀ ਦੇਰ ਤੱਕ ਕਿਸਾਨ ਆਗੂ ਪੂਰੀ ਤਰ੍ਹਾਂ ਸਹਿਮਤ ਨਹੀਂ ਹੁੰਦੇ, ਖੇਤੀ ਮਾਹਰ ਪੂਰੀ ਤਰ੍ਹਾਂ ਸਹਿਮਤ ਨਹੀਂ ਹੁੰਦੇ, ਉਨੀ ਦੇਰ ਤੱਕ ਇਹ ਕਾਨੂੰਨ ਟਾਲ ਦਿੱਤੇ ਜਾਣ। ਸੋ ਮਸਲੇ ਦਾ ਹੱਲ ਇੱਥੇ ਆ ਕੇ ਨਿਕਲਣਾ। ਪਰ ਜੇਕਰ ਉਹ ਇਹ ਗੱਲ ਕਹਿਣਗੇ ਜੀ ਕਿ ਕੱਲ ਨੂੰ ਅਸੀਂ ਡੰਡਾ ਵਰਾ ਦਿਆਂਗੇ, ਕੱਲ ਨੂੰ ਅਸੀਂ ਆਹ ਕਰ ਦਿਆਂਗੇ, ਇਹਦੇ ਨਾਲ ਮਾਹੌਲ ਭੜਕਣਾ ਹੈਗਾ। ਇੱਕ ਹੋਰ ਗੱਲ ਦੱਸਦਾ, ਆਪਦੇ ਹੀ ਬੰਦਿਆਂ ਨੂੰ ਇਹ ਕਿਸੇ ਨੂੰ ਪੱਤਰਕਾਰ ਬਣਾ ਕੇ ਕਿਸੇ ਨੂੰ ਕਿਵੇਂ, ਉਹ ਇੱਕ ਮੈਂ ਦੇਖਿਆ, ਉਹ ਸਰਦਾਰ ਸਾਹਿਬ ਜਿਹੜੇ ਪੱਤਰਕਾਰ ਆ, ਮੈਂ ਸਾਹਿਬ ਤਾਂ ਕਹਿਣਾ ਕਿਉਂਕਿ ਮੈਂ ਉਹਦੇ ਸਰੂਪ ਦੀ ਕਦਰ ਕਰਦਾ, ਪਰ ਉਹਨੇ ਅਕਲ ਦੀ ਕਦਰ ਨਹੀਂ ਮੈਂ ਉਹਦੀ ਕਰਦਾ। ਉਹ ਕਹਿੰਦਾ ਜੀ ਇੱਥੇ ਰਾਤ ਦੇ ਵੇਲੇ ਫੌਜ ਨੇ ਹਮਲਾ ਕਰ ਦੇਣਾ ਹੈ, ਵੀ ਤੇਰੇ ਫੁੱਫੜ ਨੇ ਕਿਹੜੇ ਨੇ ਹਮਲਾ ਕਰਨਾ ਇੱਥੇ। ਗੱਲ ਇਹ ਹੈ ਵੀ ਜਿੱਥੇ ਲੱਖਾਂ ਦੀ ਗਿਣਤੀ 'ਚ ਲੋਕ ਬੈਠੇ ਹੋਣ, ਸੰਯੁਕਤ ਰਾਸ਼ਟਰ ਦੀ ਨਿਗਾਹ ਵੀ ਇੱਥੇ ਹੋਵੇ, ਸਾਰੇ ਦੇਸ਼ਾਂ ਦੀਆਂ ਸਰਕਾਰਾਂ ਲਾਹਣਤਾਂ ਮੋਦੀ ਸਰਕਾਰ ਨੂੰ ਪਾ ਰਹੀਆਂ ਹੋਣ, ਉੱਥੇ ਫੌਜ ਆ ਜਿਹੜੀ ਉਹ ਆ ਕੇ ਅਚਾਨਕ ਲੋਕਾਂ ਤੇ ਹਮਲਾ ਕਰ ਦੂਗੀ, ਅਚਾਨਕ ਸਿੰਘੂ ਬਾਰਡਰ ਦੇ ਉੱਤੇ ਟੁੱਟ ਕੇ ਪੈ ਜੂਗੀ, ਅਚਾਨਕ ਕਹਿੰਦਾ ਟਾਰਚਾਂ ਵਾਲੇ ਆਉਣਗੇ
ਤੇ ਕਿਸਾਨਾਂ ਨੂੰ ਚੱਕ ਕੇ ਲੈ ਜਾਣਗੇ, ਟਰਾਲੀਆਂ ਟਰੈਕਟਰ ਇੱਥੇ ਖੜੇ ਰਹਿ ਜਾਣਗੇ, ਪੰਜਾਬ ਤੇ ਹਰਿਆਣੇ 'ਚ ਕਰਫਿਊ ਲੱਗ ਜਾਣਾ ਵੀ ਤੂੰ ਬਹੁਤ ਤਕੜਾ ਪੱਤਰਕਾਰ ਆ, ਆਪੇ ਕਹੀ ਜਾਂਦਾ ਮੈਂ ਸੀਨੀਅਰ ਹੋਣ ਦੇ ਨਾਤੇ ਇਦਾਂ ਹਾਂ, ਮੈਂ ਸੀਨੀਅਰ ਹਾਂ ਕਿਉਂਕਿ ਮੈਂ ਸੀਨੀਅਰ ਹਾਂ। ਇਸ ਗੱਲ ਤੋਂ ਬਾਹਰ ਹੀ ਨਹੀਂ ਨਿਕਲਦਾਗਾ ਉਹਨੂੰ ਲਾਹਨਤਾਂ ਲੋਕਾਂ ਨੇ ਬਥੇਰਾ ਪਾਈਆਂ। ਉਹ ਇਹੋ ਜਿਹੇ ਲੋਕ ਆ ਵੀ ਜਿਹੜੇ ਕਿ ਇਸ ਵਕਤ ਭਰਮ ਪੈਦਾ ਕਰਦੇ ਆ, ਨਾਲੇ ਤਾਂ ਖੁਦ ਨੂੰ ਦੱਸਦੇ ਆ ਕਿਸਾਨ ਹਿਤੈਸ਼ੀ, ਨਾਲੇ ਲੋਕਾਂ ਨੂੰ ਇਹ ਗੱਲ ਕਹਿੰਦੇ ਵੀ ਇੱਥੋਂ ਭੱਜ ਜਾਓ, ਪਰ ਲੋਕ ਭੱਜਣ ਵਾਲੇ ਨਹੀਂ, ਲੋਕ ਡਟੇ ਹੋਏ ਆ। ਜੀ ਬਿਲਕੁਲ। ਸੋ ਇਸ ਸਮੇਂ ਦੇ ਉੱਪਰ ਅਫਵਾਹਾਂ ਤੋਂ ਬਚਣਾ ਚਾਹੀਦਾ ਤੇ ਹਿੰਸਕ ਜਾਂ ਅਜਿਹੀਆਂ ਭੜਕਾਊ ਬਿਆਨਬਾਜ਼ੀਆਂ ਤੋਂ ਵੀ ਗੁਰੇਜ਼ ਕਰਨਾ ਚਾਹੀਦਾ। ਇਸ ਵਿੱਚ ਟੈਣਾ ਸਾਹਿਬ ਇਸ ਅੰਦੋਲਨ ਦੇ ਚੱਲਦਿਆਂ ਕਾਫੀ ਜਾਨੀ ਨੁਕਸਾਨ ਕਿਸਾਨਾਂ ਦਾ ਹੋ ਰਿਹਾ ਹੈ। ਬੀਤੇ ਦਿਨ ਤੋਂ ਖਬਰਾਂ ਸਾਹਮਣੇ ਆ ਰਹੀਆਂ, ਕੋਈ ਕਿਸਾਨ ਹਾਦਸੇ ਦਾ ਸ਼ਿਕਾਰ ਹੋ ਰਹੇ ਨੇ, ਕਿਸੇ ਕਿਸਾਨ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ। ਉੱਥੇ ਹੀ ਜੋ ਸੰਤ ਬਾਬਾ ਰਾਮ ਸਿੰਘ ਜੀ ਨਾਨਕਸਰ ਵਾਲੇ ਨੇ, ਉਹਨਾਂ ਨੇ ਕਿਸਾਨਾਂ ਦਾ ਦਰਦ ਨਾ ਝੇਲਦੇ ਹੋਏ ਖੁਦਕੁਸ਼ੀ ਕਰ ਲਈ। ਕਿੰਜ ਵੇਖਦੇ ਹੋ ਸਾਰੇ ਮਸਲੇ? ਦੇਖੋ ਜੀ, ਦੁੱਖ ਹੋਇਆ ਇਸ ਗੱਲ ਦੇ ਉੱਤੇ। ਲੰਘੇ ਕੱਲ ਅਰਵਿੰਦ ਕੇਜਰੀਵਾਲ ਨੇ ਜਦੋਂ ਵਿਧਾਨ ਸਭਾ ਦੇ ਵਿੱਚ ਖੇਤੀ ਕਾਨੂੰਨ ਦੀ ਕਾਪੀ ਪਾੜੀ ਆ, ਉਹ ਵੀ ਇਹ ਗੱਲ ਕਹਿੰਦੇ ਵੀ ਭਾਈ ਇਹ ਤਾਂ ਲੋੜਾ ਹੀ ਆਇਆ ਪਿਆ ਬਈ ਲਗਾਤਾਰ ਕਿਸਾਨ ਠੰਡ ਕਰਕੇ ਮਰ ਰਹੇ ਆ, ਲਗਾਤਾਰ ਖੁਦਕੁਸ਼ੀ ਦੀਆਂ ਖਬਰਾਂ ਵੀ ਆ ਸਕਦੀਆਂ, ਤੇ ਬਾਬਾ ਰਾਮ ਸਿੰਘ ਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਉਹਨਾਂ ਨੇ ਵੀ ਕੀਤਾ ਤੇ ਬਾਕੀਆਂ ਨੇ। ਇਹ ਇੱਕ ਵੱਖਰੀ ਗੱਲ ਹੈ ਵੀ ਵਿਧਾਨ ਸਭਾ ਦੇ ਵਿੱਚ ਕਾਪੀ ਪਾੜਨੀ ਇਹ 2022 ਦੇ ਮੱਦੇਨਜ਼ਰ ਆ ਜਾਂ ਕਿਵੇਂ ਆ, ਪਰ ਦੁੱਖ ਤਾਂ ਇਸ ਗੱਲ ਦਾ ਹੈਗਾ ਹੀ ਆ ਵੀ ਭਾਈ ਬਾਬਾ ਰਾਮ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਆ, ਤੇ ਖੁਦਕੁਸ਼ੀ ਨੋਟ ਦੇ ਬਾਰੇ ਹੁਣ ਤੱਕ ਸਾਰੇ ਭੈਣਾਂ ਵੀਰ ਜਾਣਦੇ ਹੀ ਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਦੋਂ ਸਾਰੀ ਦੁਨੀਆ ਸੋਗ ਦੇ ਵਿੱਚ ਆ, ਤੇ ਇਹ ਕਿਹੜੀ ਮਿੱਟੀ ਦੇ ਬਣੇ ਹੋਏ ਜਿਹੜੇ ਕਿ ਕਹਿੰਦੇ ਵੀ ਮੀਟਿੰਗ ਇੱਕ ਹੋਰ ਕਰ ਲਈਏ। ਇਹਨਾਂ ਨੇ 5 ਮੀਟਿੰਗਾਂ ਵੀ ਕੀਤੀਆਂ ਗਈਆਂ, ਇਹਨਾਂ ਦੇ ਉੱਤੇ ਕੋਈ ਅਸਰ ਹੀ ਨਹੀਂ ਹੁੰਦਾ। ਇਹ ਤਾਂ ਅਸਲ ਦੇ ਵਿੱਚ ਥਿੰਦੇ ਭਾਂਡੇ ਵਰਗੇ ਆ ਵੀ ਜਿਨ੍ਹਾਂ ਦੇ ਉੱਤੇ ਪਾਣੀ ਠਹਿਰਦਾ ਹੀ ਨਹੀਂ। ਇਹ ਅਸਲ ਦੇ ਵਿੱਚ ਇਸ ਕਦਰ ਤਰੀਕੇ ਨਾਲ ਚੱਲ ਰਹੇ ਆ ਵੀ ਆਪੇ ਕਿਸਾਨਾਂ ਦਾ ਹੌਸਲਾ ਪਸਤ-ਪੁਸਤ ਹੋ ਜਾਣਾ, ਇਹ ਆਪੇ ਖਿੰਡ ਖੁੰਡ ਜਾਣੇ ਆ। ਪਰ ਬਾਬਾ ਰਾਮ ਸਿੰਘ ਹੋਰਾਂ ਦਾ ਅੱਜ ਸਿੰਗੜਾ ਪਿੰਡ ਦੇ ਵਿੱਚ ਸੰਸਕਾਰ ਹੋਣਾ, ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਉੱਥੇ ਜਾਣਗੇ। ਮੈਨੂੰ ਪਤਾ ਲੱਗਾ ਜੀ ਕਿ ਰਾਜਨੀਤਿਕ ਲੋਕ ਕੱਲ ਵੀ ਗਏ ਸੀ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਤੇ ਸ਼ਰਧਾਂਜਲੀ ਭੇਟ ਕਰਨ ਦੇ ਲਈ। ਸੋ ਦੁੱਖ ਹੋਇਆ ਇਸ ਗੱਲ ਦੇ ਉੱਤੇ। ਹਰ ਬੰਦਾ ਇਸ ਖਬਰ ਨੂੰ ਪੜ੍ਹ ਕੇ ਝੋੜਿਆ ਗਿਆ। ਕਈਆਂ ਨੇ ਇਹ ਗੱਲ ਕਹੀ ਹੈ ਜੀ ਕਿ ਲੜਨਾ ਚਾਹੀਦਾ ਸੀ, ਨਾ ਕਿ ਖੁਦਕੁਸ਼ੀ ਕਰਨੀ, ਪਰ ਵੱਡੀ ਗਿਣਤੀ 'ਚ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਬੰਦੇ ਦੇ ਮਨ ਦੀ ਅਵਸਥਾ ਇਹ ਹੋਵੇ ਵੀ ਸਾਡੇ ਆਪਣੇ ਕਿਵੇਂ ਬਿਨਾਂ ਕਸੂਰ ਤੋਂ ਇਸ ਕਦਰ ਟੰਗੇ ਹੋਏ ਆ, ਇਸ ਕਦਰ ਇਹਨਾਂ ਦੇ ਵੱਲੋਂ ਸੜਕਾਂ ਦੇ ਉੱਤੇ ਬਿਠਾਏ ਹੋਏ ਆ, ਪਤਾ ਨਹੀਂ ਕਿਹੜੀ ਮਨ ਦੇ ਉੱਤੇ ਵਿਚਾਰ ਆਉਂਦੇ ਆ ਜਿਹਦੇ ਕਰਕੇ ਖੁਦਕੁਸ਼ੀ ਕੀਤੀ ਆ। ਪਰ ਹੁਣ ਤੱਕ 20 ਤੋਂ ਵੱਧ ਕਿਸਾਨ ਆ ਜਿਹੜੇ ਉਹ ਸ਼ਹਾਦਤ ਪ੍ਰਾਪਤ ਕਰ ਗਏ ਆ। ਇਹ ਭਾਵੇਂ ਕਹਿੰਦੇ ਮਰ ਗਏ ਆ, ਅਸੀਂ ਕਹਿੰਦੇ ਵੀ ਤੁਹਾਡੇ ਕਰਕੇ ਹੀ ਇਹ ਸਾਰਾ ਕੁਝ ਹੋਇਆ। ਹੁਣ ਧੁੰਦ ਪੈ ਰਹੀ ਆ, ਟਰਾਲੀਆਂ ਆ ਰਹੀਆਂ, ਟਰਾਲੀਆਂ ਜਾ ਰਹੀਆਂ, ਕਈ ਹਾਦਸਾਗ੍ਰਸਤ ਹੋਈਆਂ। ਲੰਘੇ ਕੱਲ 2 ਨੌਜਵਾਨ ਮੁੰਡਿਆਂ ਦੀ ਮੌਤ ਹੋਈ ਆ। ਸਾਡੀ ਨਜ਼ਰ ਦੇ ਵਿੱਚ ਤਾਂ ਸਾਰੇ ਸ਼ਹੀਦ ਆ। ਇਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਵੀ ਸਾਰ ਲੈਣੀ ਚਾਹੀਦੀ ਆ ਕਿਉਂਕਿ ਇਹਨਾਂ ਨੂੰ ਇਸ ਕਦਰ 70 ਘਰਾਂ ਦੇ ਵਿੱਚ ਵਿਛ ਰਹੇ ਆ। ਇਹਦੇ ਲਈ ਸਰਕਾਰ ਜ਼ਿੰਮੇਵਾਰ ਆ, ਕੋਈ ਹੋਰ ਨਹੀਂ। ਜੀ ਬਿਲਕੁਲ। ਸੋ ਲਗਾਤਾਰ ਇਸ ਅੰਦੋਲਨ ਦੇ ਕਾਰਨ ਜੋ ਕਿਸਾਨਾਂ ਦਾ ਜਾਨੀ ਨੁਕਸਾਨ ਹੋ ਰਿਹਾ ਹੈ, ਇਸ ਦੀ ਜ਼ਿੰਮੇਵਾਰ ਅਗਰ ਹੈ ਤਾਂ ਸਿਰਫ ਕੇਂਦਰ ਸਰਕਾਰ, ਮੋਦੀ ਸਰਕਾਰ ਹੈ, ਜਿਸ ਦੇ ਚੱਲਦੇ ਇਸ ਵੱਡੇ ਪੱਧਰ ਦੇ ਉੱਪਰ ਜੋ ਕਿਸਾਨ ਸੰਘਰਸ਼ ਚੱਲ ਰਿਹਾ। ਇਸ ਦੇ ਵਿੱਚ ਟੈਣਾ ਸਾਹਿਬ ਜੋ ਲਗਾਤਾਰ ਹੁਣ ਜਿਸ ਮੋੜ ਦੇ ਉੱਪਰ ਕਿਸਾਨ ਸੰਘਰਸ਼ ਖੜਾ ਹੈ, ਤੁਸੀਂ ਦੱਸ ਰਹੇ ਹੋ ਕਿ ਬੈਠਕਾਂ ਹੋ ਰਹੀਆਂ, ਅਸੀਂ ਵੀ ਜਾਣਦੇ ਕਿ ਬੈਠਕਾਂ ਹੋਈਆਂ, ਬੇਨਤੀਜਾ ਬੇਰੰਗ ਰਹੀਆਂ ਨੇ, ਤੇ ਹੁਣ ਅਗਲੀ ਬੈਠਕ ਤੋਂ ਪਹਿਲਾਂ ਹੀ ਸਾਨੂੰ ਸੰਕੇਤ ਲੱਗਦੇ ਨੇ, ਆਸਾਰ ਲੱਗਦੇ ਨੇ ਕਿ ਜੀ ਬੈਠਕ ਦਾ ਤਾਂ ਨਤੀਜਾ ਹੀ ਕੋਈ ਨਹੀਂ ਨਿਕਲਣਾ। ਪਰ ਜੇ ਬੈਠਕਾਂ ਨਹੀਂ ਹੋਣਗੀਆਂ, ਗੱਲਾਂ ਬਾਤਾਂ ਨਹੀਂ ਹੋਣਗੀਆਂ, ਫਿਰ ਇਹ ਅੰਦੋਲਨ ਕਿਸ ਮੋੜ ਤੇ ਜਾਏਗਾ, ਕੀ ਰੁਖ ਅਖਤਿਆਰ ਕਰੇਗਾ, ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਗਲੀ ਰਣਨੀਤੀ ਹੋਏਗੀ? ਦੇਖੋ, ਅੱਜ ਦੀ ਤਰੀਕ ਦੇ ਵਿੱਚ ਤਾਂ ਇਹੀ ਆ ਵੀ ਅੰਦੋਲਨ ਇਵੇਂ ਚੱਲਦਾ ਰਹਿਣਾ, ਕਿਉਂਕਿ ਕੇਂਦਰ ਦੀ ਸਰਕਾਰ ਟਸ ਤੋਂ ਮਸ ਹੋ ਕੇ ਰਾਜ਼ੀ ਨਹੀਂ, ਤੇ ਕਿਸਾਨ ਇਹ ਗੱਲ ਕਹਿੰਦੇ ਆ ਅਸੀਂ ਆਪਣੀ ਹੱਕੀ ਮੰਗ ਦੇ ਉੱਤੇ ਅੜੇ ਹੋਏ ਆ। ਉਹ ਕਹਿੰਦੇ ਵੀ ਤੁਸੀਂ ਜ਼ਿੱਦ ਦੇ ਉੱਤੇ ਆ, ਅਸੀਂ ਮੰਗ ਦੇ ਉੱਤੇ ਆ, ਅੰਤਰ ਆਪਣਾ ਸਿਰਫ ਇਹਨਾਂ। ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਉਹ ਕਹਿੰਦੇ ਜੀ ਕਿ ਕੋਈ ਪਰਵਾਹ ਨਹੀਂ, ਭਾਵੇਂ ਸਾਲ ਵੀ ਲੱਗ ਜੇ, ਅਸੀਂ ਇੱਥੇ ਬੈਠੇ ਰਹਿਣਾ। ਸੋ ਮੋਦੀ ਸਰਕਾਰ ਦੇ ਲਈ ਮੁਸ਼ਕਲ ਦੇ ਵਿੱਚ ਵਾਧਾ ਹੋਣਾ ਹੋਰ ਕੁਦਰਤੀ ਹੈ। ਉਹਦਾ ਕਾਰਨ ਇਹ ਵੀ ਪੱਛਮੀ ਬੰਗਾਲ ਦੇ ਵਿੱਚ ਅਗਲੇ ਸਾਲ ਚੋਣਾਂ ਵੀ ਆ। ਇਹ ਤਾਂ ਹੁਣੇ ਕਹੀ ਜਾਂਦੇ ਆ ਮਮਤਾ ਬੈਨਰਜੀ ਨੇ ਸਾਡੇ ਤੇ ਹਮਲਾ ਕਰਵਾਇਆ, ਇਹਨਾਂ ਨੇ ਹਾਲੇ ਹੋਰ ਬੜਾ ਕੁਝ ਕਹਿਣਾ, ਇਹਨਾਂ ਨੇ ਹਾਲੇ ਹੋਰ ਬੜੀਆਂ ਚਾਲਾਂ ਚੱਲਣੀਆਂ। ਮੈਨੂੰ ਤਾਂ ਇਉਂ ਲੱਗਦਾ ਆਉਂਦੇ ਸਮੇਂ ਦੇ ਵਿੱਚ SYL ਦਾ ਮੁੱਦਾ ਵੀ ਚੁੱਕਣਗੇ, ਕਿਉਂਕਿ ਇਹਨਾਂ ਨੇ ਹਰਿਆਣੇ ਦੇ ਕਿਸਾਨਾਂ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਪਾੜਨਾ। ਪਰ ਅਸੀਂ ਜਿਹੜੀ ਉੱਥੇ ਇੰਟਰਵਿਊ ਕੀਤੀ ਆ, ਉਹ ਕਿਸਾਨ ਕਹਿੰਦੇ ਵੀ ਹੁਣ ਨਹੀਂ ਸੀ ਇਹਨਾਂ ਦੇ ਪਚਲਾਵੇ ਚ ਆਉਂਦੇ, ਹੁਣ ਤੱਕ ਸਾਨੂੰ ਇਹ ਵੰਡ ਕੇ ਖਾ ਗਏ ਆ, ਹੁਣ ਤਾਊ ਤੇ ਭਾਊ ਇਕੱਠੇ ਹੋ ਗਏ ਆ, ਹੁਣ ਉਹ ਕਹਿੰਦੇ ਵੀ ਸਾਨੂੰ ਪਰਵਾਹ ਨਹੀਂ ਇਹਨਾਂ ਗੱਲਾਂ ਦੀ। ਪਰ ਦੇਖੋ ਆਉਂਦੇ ਸਮੇਂ 'ਚ ਕੀ ਬਣਦਾ। ਹਾਲ ਦੀ ਘੜੀ ਕਿਸਾਨ ਜਥੇਬੰਦੀਆਂ ਨੇ ਗੱਲ ਕਹੀ ਹੈ ਵੀ ਜੇਕਰ ਇਹ ਅੜੇ ਹੋਏ ਆ ਤਾਂ ਅਸੀਂ ਵੀ ਅੜੇ ਹੋਏ ਆ, ਕਿਉਂਕਿ ਉੱਥੇ ਸੰਗਤ ਆ ਜਿਹੜੀ ਬਹੁਤ ਲੰਗਰ ਪ੍ਰਸ਼ਾਦਾ ਵੀ ਪਹੁੰਚਾ ਰਹੀ ਹੈ, ਉੱਥੇ ਮਦਦ ਬਹੁਤ ਭੇਜੀ ਜਾ ਰਹੀ ਹੈ। ਆਪਣੇ ਯੋਧੇ ਆ ਜਿਹੜੇ ਉਹਨਾਂ ਦੀ ਮਦਦ ਕਰਨ ਦੇ ਲਈ ਕੋਈ ਕਸਰ ਨਹੀਂ ਬਾਕੀ ਛੱਡੀ ਜਾ ਰਹੀ। ਮੈਂ ਨਾ ਇੱਕ ਮੁੰਡੇ ਦੀ ਵੀਡੀਓ ਦੇਖੀ, ਉਹ ਸਰਹੱਦ ਦੇ ਉੱਤੇ ਆਪਣੇ ਦੇਸ਼ ਦੀ ਜ਼ਮੀਨ ਨੂੰ ਬਚਾਉਣ ਲਈ ਲੜਾਈ ਲੜ ਰਿਹਾ। ਉਹਨੇ ਆਪਣੇ ਬਾਪ ਨੂੰ ਵੀਡੀਓ ਕਾਲ ਕੀਤੀ ਆ, ਬਾਪ ਬੈਠਾ ਹੈਗਾ ਸਿੰਘੂ ਬਾਰਡਰ ਤੇ। ਉਹ ਕਹਿੰਦਾ ਬਾਪੂ ਜੀ
ਬਾਹਰਲਿਆਂ ਨੂੰ ਮੈਂ ਆਪਣੇ ਦੇਸ਼ ਦੀ ਜ਼ਮੀਨ 'ਚ ਨਹੀਂ ਵੜਨ ਦਿੰਦਾ, ਤੂੰ ਅੰਦਰਲਿਆਂ ਨੂੰ ਆਪਣੇ ਖੇਤ 'ਚ ਨਾ ਵੜਨ ਦੇ। ਬਿਲਕੁਲ ਇਧਰ ਮੈਂ ਸੰਭਾਲ ਲੂੰ ਬਾਪੂ, ਇਧਰ ਤੂੰ ਸੰਭਾਲੀ ਰੱਖੀ। ਤੂੰ ਹੱਦ ਤੇ ਬੈਠਾ ਰਹੀ, ਮੈਂ ਸਰਹੱਦ ਤੇ ਬੈਠਾ ਰਹਿਣਾ। ਹੁਣ ਜਦੋਂ ਇੰਨੀਆਂ ਭਾਵੁਕਤਾ ਵਾਲੀਆਂ ਗੱਲਾਂ ਹੋਣ ਤੇ ਫਿਰ ਇੱਕ ਫੌਜੀ ਮੁੰਡਾ ਜਿਹੜਾ ਬਠਿੰਡੇ ਦੇ ਵਿੱਚ ਆਇਆ, ਉਹ ਕਹਿੰਦਾ ਵੀ ਮੈਂ ਵੀ ਅੱਤਵਾਦੀ ਆ ਜੇਕਰ ਮੇਰੇ ਬਾਪ ਨੂੰ ਸਰਕਾਰ ਅੱਤਵਾਦੀ ਕਹਿੰਦੀ ਆ। ਹੁਣ ਇਹੋ ਜਿਹੀਆਂ ਗੱਲਾਂ ਤੋਂ ਬਾਅਦ ਵੀ ਜੇਕਰ ਇਹ ਲੋਕ ਨਹੀਂ ਜਾਗਦੇ ਤਾਂ ਮੇਰਾ ਖਿਆਲ ਆ ਵੀ ਇਹ ਗੈਂਡੇ ਦੀ ਚਮੜੀ ਵਾਲੇ ਆ ਜਿਨ੍ਹਾਂ ਦੇ ਉੱਤੇ ਅਸਰ ਕੋਈ ਨਹੀਂ ਹੁੰਦਾ। ਜੀ ਬਿਲਕੁਲ। ਸੋ ਲਗਾਤਾਰ ਇਸ ਮਸਲੇ ਦੇ ਉੱਪਰ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਰ ਕੇਂਦਰ ਤੇ ਕਿਸਾਨਾਂ ਵਿਚਕਾਰ ਚੱਲ ਰਹੀ ਹੈ ਜੰਗ ਕੀ ਮੋੜ ਕੀ ਰੂਪ ਅਖਤਿਆਰ ਕਰਦੀ ਹੈ ਤੇ ਕੇਂਦਰ ਸਰਕਾਰ ਇਸ ਦਾ ਕੀ ਹੱਲ ਕੱਢਦੀ ਹੈ। ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਆਖਰੀ ਤੇ ਦਰਸ਼ਕ ਦਾ ਸਵਾਲ, ਟਾਣਾ ਸਾਹਿਬ ਪਿਛਲੀ ਚਰਚਾ ਦੇ ਵਿੱਚ ਦਰਸ਼ਕ ਜੁੜੇ ਹੋਏ ਸੀ, ਕਾਫੀ ਦਰਸ਼ਕਾਂ ਦਾ ਪੁੱਛਣਾ ਸੀ ਕਿ ਇੱਕ ਵਾਰੀ ਪੁੱਛਿਓ ਕਿ ਢੱਡਰੀਆਂ ਵਾਲੇ ਕਾਫੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਪਰ ਐਤਕੀ ਇਹਨਾਂ ਕਾਨੂੰਨਾਂ ਦੇ ਬਾਬਤ ਉਹ ਕਿੱਥੇ ਨੇ, ਉਹਨਾਂ ਦੇ ਜ਼ਿਆਦਾ ਬਿਆਨ ਵੀ ਸਾਹਮਣੇ ਨਹੀਂ ਆ ਰਹੇ ਤੇ ਉਹ ਸਮਰਥਨ ਕਰਦੇ ਹੋਏ ਨਜ਼ਰ ਸਾਹਮਣੇ ਵੀ ਨਹੀਂ ਆ ਰਹੇ। ਦੇਖੋ ਇੱਕ ਗੱਲ ਤਾਂ ਇਹ ਆ ਵੀ 2 ਵੀਡੀਓ ਮੈਂ ਦੇਖੀਆਂ ਜਿਹਦੇ ਵਿੱਚ ਢੱਡਰੀਆਂ ਵਾਲੇ ਨੇ ਆਪਦੇ ਦੀਵਾਨ 'ਚ ਗੱਲ ਕੀਤੀ ਆ। ਮੇਰਾ ਨਿੱਜੀ ਤੌਰ ਦੇ ਉੱਤੇ ਖਿਆਲ ਆ ਵੀ ਜਦੋਂ ਬਾਕੀ ਸਾਰੇ ਜਾਂਦੇ ਆ ਉਦੋਂ ਢੱਡਰੀਆਂ ਵਾਲਿਆਂ ਹੋਰਾਂ ਨੂੰ ਵੀ ਜਾਣਾ ਚਾਹੀਦਾ, ਕਿਸਾਨ ਅੰਦੋਲਨ ਦੇ ਵਿੱਚ ਜ਼ਰੂਰ ਹਿੱਸਾ ਲੈਣਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਵੀ ਭਾਈ ਜਿਹੜਾ ਬੰਦਾ 2 ਘੰਟੇ ਗਿਆ ਉਹ ਗਲਤ ਆ, ਜਿਹੜਾ ਬੰਦਾ 5 ਦਿਨ ਲਈ ਗਿਆ ਉਹ ਗਲਤ ਆ। ਜਿਹਦੇ ਕੋਲੇ ਜਿੰਨਾ ਵੀ ਸਮਾਂ, ਜਿਹਦੇ ਕੋਲੇ ਜਿੰਨੀ ਵੀ ਪੁੱਜਤਾ, ਉਹਨੂੰ ਉੱਥੇ ਨਿੱਠ ਕੇ ਜਾਣਾ ਚਾਹੀਦਾ। ਇਹ ਇਕੱਲੇ ਉਹਨਾਂ ਤੇ ਨਹੀਂ ਗੱਲ ਲਾਗੂ ਹੁੰਦੀ, ਹਰ ਬੰਦੇ ਤੇ ਹੁੰਦੀ ਆ। ਜਿਹਦੇ ਕੋਲੇ ਸਮਾਂ ਤੇ ਜਿਹੜਾ ਬੰਦਾ ਰੋਟੀ ਖਾਂਦਾ ਉਹਨੂੰ ਜ਼ਰੂਰ ਪਹੁੰਚਣਾ ਚਾਹੀਦਾ। ਜੀ ਬਿਲਕੁਲ। ਸੋ ਲਗਾਤਾਰ ਦਰਸ਼ਕ ਸਭ ਦੇ ਉੱਪਰ ਨਜ਼ਰ ਟਿਕਾਈ ਬੈਠੇ ਹੋਣ, ਭਾਵੇਂ ਉਹ ਧਾਰਮਿਕ ਸ਼ਖਸੀਅਤਾਂ ਹੋਣ ਤੇ ਚਾਹੇ ਰਾਜਨੀਤਿਕ ਬੁਲਾਰੇ ਹੋਣ, ਸਭ ਦੀਆਂ ਨਜ਼ਰਾਂ ਇਸ ਬਾਬਤ ਵੀ ਟਿਕੀਆਂ ਹੋਈਆਂ ਨੇ ਕਿ ਇਸ ਔਖੀ ਘੜੀ ਦੇ ਵਿੱਚ, ਇਸ ਸੰਘਰਸ਼ ਦੇ ਵਿੱਚ ਕਿਹੜੀ ਰਾਜਨੀਤਿਕ ਸ਼ਖਸੀਅਤ ਉਹਨਾਂ ਦੇ ਨਾਲ ਹੈ ਤੇ ਕਿਹੜੀ ਧਾਰਮਿਕ ਸ਼ਖਸੀਅਤ ਉਹਨਾਂ ਦੇ ਨਾਲ ਹੈ ਤੇ ਕਿਹੜਾ ਵਰਗ ਉਹਨਾਂ ਦੇ ਨਾਲ ਹੈ। ਸੋ ਸਭ ਹੀ ਇਸ ਮਸਲੇ ਦੇ ਹੱਲ ਜਲਦੀ ਹੋਣ ਦੀਆਂ ਜੋ ਕਾਮਨਾ ਕਰ ਰਹੇ ਨੇ। ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕਦੋਂ ਇਸ ਮਸਲੇ ਦਾ ਹੱਲ ਹੁੰਦਾ ਹੈ ਤੇ ਕਦੋਂ ਕਿਸਾਨ ਆਪਣੇ ਘਰਾਂ ਨੂੰ ਵਾਪਸ ਆਉਂਦੇ ਨੇ। ਸੋ ਇਹ ਸੀ ਅੱਜ ਦੀ ਵਿਚਾਰ ਚਰਚਾ। ਕੱਲ ਫਿਰ ਰੂਬਰੂ ਹੋਵਾਂਗੇ ਪ੍ਰੋਗਰਾਮ ਖਬਰਾਂ ਦੇ ਆਰ ਪਾਰ ਲੈ ਕੇ। ਹੁਣ ਮੈਨੂੰ ਪਰਮਜੀਤ ਕੌਰ ਸੈਣੀ ਅਤੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਹੁੰਦੇ ਇਜਾਜ਼ਤ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।